ਵਾਹਿਗੁਰੂ जी का खालसा वाहिगुरू जी की फतेह। दास मनजिंदर सिंह हर रायपुर और अज फैन अंबेडकर टीवी ਦੇ ਉੱਤੇ जो ये सारी टीम साडे चैनल ਦੀ ਦਿੱਲੀ ਮੋਰਚੇ ਦੇ ਵਿੱਚ ਕੁੰਡਲੀ ਬਾਰਡਰ ਤੇ ਪਹੁੰਚੀ ਹੈ और इस इलाके ਦੇ ਵਿੱਚ ਆ ਕੇ ਸਾਡੇ ਨਾਲ श्रीमान संत बाबा निर्मल दास जी बाबे जौड़े वाले महापुरुष श्री गुरु रविदास साधु संप्रदा सोसाइटी पंजाब के प्रधान और उन्होंने नाल सारे महापुरख इत्थे पहुँचे ने। सो इस टाइम असी खड़े हैं जी साडे इलाके दे विच दुआबा किसान संघर्ष कमेटी दे प्रधान साहब हर सुरिंदर सिंह जी जो बड़े लंबे समय तो तकरीबन 25 तरीक तो लैके ही इस मोर्चे दे विच डटे हुए आ। इन्हां दे नाल साडे इलाके दे सारे पतवंते सज्जन जथेदार मलकीत सिंह जी, उन्हां दे बेटे सुखराज सिंह जी और बाहोपुर नगर तो रसूलपुर नगर तो इस तरह ਵੱਖ-ਵੱਖ ਸਾਡੇ इलाके के नगरों तो सारी संगत इत्थे डटी हुई है। सो मैं सब तो पहला प्रधान साहब दुआबा किसान संघर्ष कमेटी के हर सुरिंदर सिंह जी होना जी आया कहना बहुत बहुत धन्यवाद जी तुहाडा समा देण लई। देखो जी मैं तो धन्यवाद संगतां दा करदा महापुरखां दा जिहड़ा कि महाराज जी ने आप आण के दर्शन दिते आ संगतां नूं ते सच्चियां अरदासां कीतीआं आ। ਇੱਥੇ ਸਾਨੂੰ ਆਸ ਹੁੰਦੀ ਆ ਕਿ ਸਾਡਾ ਜਿਹੜਾ ਮਸਲਾ ਇਹ ਹੱਲ ਹੋਊਗਾ ਤੇ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਤੇ ਜਿਹੜਾ ਕਿ ਸਾਡੀ ਜਿੱਤ ਪ੍ਰਾਪਤ ਹੋਊਗੀ। ਜਿਹੜੇ ਫੈਸਲੇ ਗਲਤ ਕੀਤੇ ਆ ਆਮ ਕਿਸਾਨ ਵਿਰੋਧੀ ਪਬਲਿਕ ਵਿਰੋਧੀ ਜਿਹੜੇ ਬਿੱਲ ਤਿਆਰ ਕੀਤੇ ਆ ਉਹ ਰੱਦ ਹੋਣਗੇ ਤੇ ਅਸੀਂ ਫਿਰ ਇੱਥੋਂ ਜਾਵਾਂਗੇ ਜੀ। ਤੇ ਪ੍ਰਧਾਨ ਸਾਹਿਬ ਤੁਸੀਂ 25 ਤਰੀਕ ਤੋਂ ਲੈ ਕੇ ਨਾਲ ਇਸ ਮੋਰਚੇ ਦੇ ਮੋਹਰੇ ਹੋ ਕੇ ਡਟੇ ਹੋਏ ਹੋ। ਜਿੱਦਣ ਬੈਰੀਗੇਟਿੰਗ ਕੀਤੀ ਗਈ ਸੀ ਤੋੜੀ ਆ ਜੀ, ਉਹ ਜਿਹੜਾ ਉੱਥੋਂ ਪੰਜਾਬ ਤੋਂ ਚੱਲ ਕੇ ਦਿੱਲੀ ਤੱਕ ਦਾ ਸਫ਼ਰ ਸੀ ਆਪਾਂ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਦਸੀਏ ਉਹ ਕਿੱਦਾਂ ਦਾ ਸੰਘਰਸ਼ ਰਿਹਾ ਜਿਹੜਾ ਸਾਰੇ ਰਸਤੇ ਦੇ ਵਿੱਚ। ਦੇਖੋ ਜੀ ਪਹਿਲਾਂ ਤਾਂ ਜਦੋਂ ਲੁਧਿਆਣਾ ਪਾਰ ਕੀਤਾ ਤਾਂ ਸਾਨੂੰ ਮੀਂਹ ਸ਼ੁਰੂ ਹੋ ਗਿਆ ਜੀ। ਅਸੀਂ ਜਿਹੜੀਆਂ ਵੀ ਸੰਗਤਾਂ ਚੱਲੀਆਂ ਸੀਗੀਆਂ ਨਾ ਉਹਨੀ ਕੋਈ ਮੀਂਹ ਦੀ ਪਰਵਾਹ ਕੀਤੀ ਜੀ, ਨਾ ਉਹਨੀ ਇਹਨਾਂ ਦੇ ਕੋਈ ਬੈਰੀਗੇਟਾਂ ਦੀ ਪਰਵਾਹ ਕੀਤੀ ਆ। ਜਿੱਦਾਂ ਜਿੱਦਾਂ ਮਹਾਰਾਜ ਦੀ ਕਿਰਪਾ ਹੋਈ ਗਈ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਾ। ਜਿਹੜੇ ਬੜੇ ਬੜੇ ਪੱਥਰ ਚਿੱਤੋਂ ਰੱਖੇ ਸੀ ਕਰੇਨਾਂ ਨਾਲ ਜਾ ਕੇ ਉਹ ਮੁੰਡਿਆਂ ਨੇ ਇੱਦਾਂ ਪਰੇ ਨੂੰ ਕਰਤੇ ਜਿੱਦਾਂ ਕਿਤੇ ਹਵਾ ਨਾਲ ਹੀ ਮਤਲਬ ਕਿ ਕੋਈ ਰੂਹ ਦੇ ਪੱਥਰ ਹੁੰਦੇ ਆ ਜੀ। ਇੰਨੀ ਮਹਾਰਾਜ ਦੀ ਕਿਰਪਾ ਹੋਈ ਆ। ਤੇ ਜਿਹੜੇ ਟਰਾਲੇ ਸੀਗੇ ਮੂਹਰੇ ਖੜੇ ਕੀਤੇ, ਕੰਟੇਨਰ ਸੀਗੇ, ਬਲਡੋਜ਼ਰ ਸੀਗੇ, ਜੋ ਵੀ ਸੀਗੇ ਇੱਦਾਂ ਬਸ ਐਂ ਕਰਕੇ ਪਰੇ ਕਰਤੇ ਹਵਾ ਨੂੰ ਹੀ। ਤੇ ਸੰਗਤ ਦੀ ਜਿਹੜੀ ਕਿਰਪਾ ਹੁੰਦੀ ਨਾ ਜੀ, ਮਹਾਰਾਜ ਦੀ ਕਿਰਪਾ ਹੋਵੇ ਤਾਂ ਸੰਗਤ ਦੇ ਵਿੱਚ ਬਹੁਤ ਬਲ ਆ ਜਾਂਦਾ। ਕੋਈ ਪਤਾ ਹੀ ਨਹੀਂ ਲੱਗਾ ਸਾਨੂੰ ਵੀ ਕੀ ਇਹ ਨਹੀਂ ਮੂਹਰੇ ਖੜਿਆ ਕੀਤਾ। ਜਿਹੜੇ ਟੋਏ ਪੱਟੇ ਸੀਗੇ, ਜਿਹੜੀਆਂ ਸਰਕਾਰਾਂ ਆ ਉਹ ਸੜਕਾਂ ਬਣਾਉਣ ਲਈ ਹੁੰਦੀਆਂ, ਉਹ ਸੜਕਾਂ ਪੱਟਣ ਲਈ ਨਹੀਂ ਹੁੰਦੀਆਂ। ਇਹਨਾਂ ਨੇ ਸਭ ਤੋਂ ਅਲੱਗ ਕੰਮ ਕੀਤਾ ਕਿ ਸੜਕਾਂ ਪੱਟ ਕੇ ਟੋਏ ਪੱਟ ਕੇ ਮੰਨ ਲਓ ਕਿ ਅੱਗੇ ਸਾਨੂੰ ਰੋਕਿਆ ਗਿਆ ਕਿ ਅਸੀਂ ਅੱਗੇ ਲੰਘਣ ਨਹੀਂ ਦੇਣਾ। ਦੇਖੋ ਜੇ ਆਪਾਂ ਸੱਚੇ ਇਰਾਦਿਆਂ ਤੁਰੇ ਹੋਈਏ ਤਾਂ ਕੋਈ ਰੋਕ ਨਹੀਂ ਸਕਦਾ। ਇਰਾਦਾ ਸੱਚਾ ਹੋਣਾ ਚਾਹੀਦਾ ਜੀ। ਇਹ ਵੀ ਦੇਖਣ ਨੂੰ ਮਿਲਿਆ ਸਰਪੰਚ ਸਾਹਿਬ ਵੀ ਕਿ ਜਿਵੇਂ ਪੰਜਾਬ ਦੀ ਜਵਾਨੀ ਨੂੰ ਕਿਹਾ ਜਾਂਦਾ ਸੀ ਨਸ਼ੇ ਨੇ ਖਾ ਲਿਆ, ਨਸ਼ੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਗਈ, ਪਰ ਉਸ ਦਿਨ ਜਿਹੜਾ ਇੱਕ ਜੋਸ਼ ਦੇਖਣ ਨੂੰ ਮਿਲਿਆ ਉਹ ਸਾਰਾ ਨੌਜਵਾਨਾਂ ਦਾ ਅੱਗੇ ਲੱਗ ਕੇ ਜੋਸ਼ ਸੀ, ਨਾਲ ਬਜ਼ੁਰਗਾਂ ਦਾ ਹੋਸ਼ ਵੀ ਸੀਗਾ। ਬਿਲਕੁਲ ਜੀ। ਦੇਖੋ ਮੁੰਡਿਆਂ ਨੇ ਬਹੁਤ ਜੋਸ਼ ਦਿਖਾ ਲਿਆ ਜੀ ਔਰ ਜਿੰਨੇ ਜੋਸ਼ ਦੇ ਨਾਲ ਚੱਲੇ ਆ ਬਿਲਕੁਲ ਹੋਸ਼ ਨੂੰ ਪਹਿਲਾਂ ਮੂਹਰੇ ਰੱਖ ਕੇ ਜੋਸ਼ ਤੇ ਹੋਸ਼ ਦੋਨਾਂ ਨੂੰ ਕੰਟਰੋਲ 'ਚ ਰੱਖ ਕੇ ਚੱਲੇ ਆ। ਆ ਵੀ ਦਿੱਲੀ ਦਾ ਬੈਰੀਕੇਡ ਤੋੜ ਕੇ ਉਸ ਤੋਂ ਬਾਅਦ ਜਦੋਂ ਦਿੱਲੀ ਦੀ ਸਰਕਾਰ ਨੇ ਹਾਂ ਕਰ ਦਿੱਤੀ, ਪਹਿਲਾਂ ਤਾਂ ਸਾਨੂੰ ਕਹਿੰਦੇ ਜਗ੍ਹਾ ਨਹੀਂ ਤੁਹਾਨੂੰ ਦੇਣੀ, ਹਰਿਆਣਾ ਵਾਲੇ ਕਹਿੰਦੇ ਜੀ ਤੁਹਾਨੂੰ ਪਾਰ ਨਹੀਂ ਹੋਣ ਦੇਣਾ, ਹਰਿਆਣੇ ਦੀ SSP ਕਹਿੰਦੇ ਸੀਗੇ ਮੈਡਮ ਬਈ ਅਸੀਂ ਤੁਹਾਨੂੰ ਹਰਿਆਣੇ ਦੇ ਵਿੱਚ ਪੈਰ ਵੀ ਨਹੀਂ ਰੱਖਣ ਦੇਣਾ। ਅੱਜ ਮੇਰਾ ਖਿਆਲ ਹੈ ਮਹਾਰਾਜ ਦੀ ਕਿਰਪਾ ਨਾਲ ਅਸੀਂ ਹਰਿਆਣੇ ਦੀ ਧਰਤੀ ਤੇ ਆਸਣ ਲਾ ਕੇ ਬੈਠੇ ਆ ਤੇ ਸੰਗਤ ਦੀ ਕਿਰਪਾ ਨਾਲ ਸਾਰੀ ਸੰਗਤ ਦੇ ਵਿੱਚ ਬਹੁਤ ਬਲ ਹੁੰਦਾ ਆ, ਉਹਦੇ ਵਿੱਚ ਸੱਚਾਈ। ਤੇ ਜਿੱਦਣ ਤੋਂ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਜੀ ਕਿ ਕੇਂਦਰ ਦੀ ਸਰਕਾਰ ਦੇ ਨਾਲ ਜਾਂ ਖੇਤੀਬਾੜੀ ਮੰਤਰੀ ਨਾਲ ਹੋਰ ਆਪਣੇ ਪੰਜਾਬ ਦੇ ਵੀ ਇੱਕ ਮੰਤਰੀ ਸੋਮਨਾਥ ਜੀ ਵੀ ਨਾਲ ਹੀ ਆ ਇਹਨਾਂ ਦੇ ਉਹ ਮੀਟਿੰਗ ਦੇ ਵਿੱਚ ਤੁਸੀਂ ਵੀ ਲਗਾਤਾਰ ਜਾ ਰਹੇ ਹੋ ਉਹਨਾਂ ਕਿਸਾਨਾਂ ਦੇ ਨਾਲ ਇੱਕ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੋਂ ਅੰਦਰ ਇਸ ਗੱਲ ਨੂੰ ਕਿਉਂ ਲੰਮਲੇਟ ਪਾਇਆ ਜਾ ਰਿਹਾ ਵੀ ਜਿਹੜਾ ਇਹ ਬਾਰ-ਬਾਰ ਤਰੀਕਾਂ ਪਾਈਆਂ ਜਾ ਰਹੀਆਂ। ਦੇਖੋ ਜੀ ਪਹਿਲਾਂ ਤਾਂ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਬਿੱਲਾਂ ਦੇ ਵਿੱਚ ਕੋਈ ਕਮੀਆਂ ਹੈਗੀਆਂ। ਉਹ ਸਾਨੂੰ ਪਹਿਲੀ ਮੀਟਿੰਗ ਦੇ ਵਿੱਚ ਤੋਂ ਨਹੀਂ ਇਹ ਗੱਲ ਕਹੀ ਕਿ ਜਿੰਨੇ ਵੀ ਇਹ ਬਿੱਲ ਤਿਆਰ ਕੀਤੇ ਆ ਇੱਕ ਇੱਕ ਸ਼ਬਦ ਕਿਸਾਨ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ। ਬਈ ਉਹਨਾਂ ਦੇ ਹਿਸਾਬ ਨਾਲ ਇਹ ਆ ਵੀ ਕਿਸਾਨ ਦੇ ਬਹੁਤ ਹੱਕ 'ਚ ਤਿਆਰ ਕੀਤਾ ਗਿਆ। ਜਿਸ ਲਈ ਅਸੀਂ ਉਹਨਾਂ ਨੂੰ ਕਮੀਆਂ ਗਣਾਈਆਂ ਤੇ 7 ਕਮੀਆਂ ਉਹਨੇ ਖੁਦ ਆਪ ਮੰਨੀਆਂ। ਇੱਥੇ ਤੱਕ ਵੀ ਕਿਹਾ ਕਿ ਜਾਂ ਹੁਣ ਮੋਦੀ ਸਰਕਾਰ ਅਡਾਨੀ ਅਬਾਨੀ ਨੂੰ ਬਚਾਊਗੀ ਤਾਂ ਜਾਂ ਕਿਸਾਨੀ ਬਚਾਊਗੀ। ਆਪ ਹੀ ਮੰਤਰੀਆਂ ਨੇ ਆਪਾਂ ਹੀ ਆਪ ਉਹਨਾਂ ਦੇ ਮੂੰਹੋਂ ਨਿਕਲਿਆ ਜੀ। ਤੇ ਇਹ ਜਿਹੜੀ ਹੁਣ 9 ਤਰੀਕ ਪਾਈ ਸੀਗੀ 9 ਤਰੀਕ ਫਿਰ ਟਲ ਗਈ ਜੀ, ਉਹਦਾ ਕਾਰਨ ਕੀ ਸੀ? ਉਹ ਜਿਹੜੀ ਇੱਕ ਦਿਨ ਪਹਿਲਾਂ ਗ੍ਰਹਿ ਮੰਤਰੀ ਨਾਲ ਮੀਟਿੰਗ ਹੋਈ ਹੈ। ਬਿਲਕੁਲ ਜੀ, ਗ੍ਰਹਿ ਮੰਤਰੀ ਮੀਟਿੰਗ ਹੋਈ ਆ। ਸਾਨੂੰ ਇਹੀ ਆਸ ਸੀਗੀ ਕਿ ਅਸੀਂ ਇਹ ਕਿਹਾ ਸੀ ਜਿਹੜੀ ਪ੍ਰਪੋਜ਼ਲ ਤੁਸੀਂ ਤਿਆਰ ਕੀਤੀ ਆ ਸਾਨੂੰ ਦਿਓ। ਸਾਡੇ ਕੁਝ ਨੁਮਾਇੰਦੇ 13 ਨੁਮਾਇੰਦੇ ਗਏ ਸੀ ਆਲ ਇੰਡੀਆ ਚੋਂ, ਇਹ ਨਹੀਂ ਕਿ ਇਕੱਲੇ ਪੰਜਾਬ ਚੋਂ, ਤੇ ਉਹਦੇ ਕਰਕੇ ਅਸੀਂ ਆਪ ਹੀ ਭੇਜੇ ਸੀਗੇ ਤੇ ਉਹਨਾਂ ਨੂੰ ਉਹਨੀ ਪ੍ਰਪੋਜ਼ਲ ਨਹੀਂ ਦਿੱਤੀ ਤੇ ਹੁਣ ਪ੍ਰਪੋਜ਼ਲ ਆਈ ਆ ਪਰ ਉਹ ਸਾਨੂੰ ਫਿੱਟ ਨਹੀਂ, ਉਹ ਰੱਦ ਕਰ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ। ਤੇ ਅਗਲਾ ਪ੍ਰੋਗਰਾਮ ਕੀ ਦਿੱਤਾ ਗਿਆ ਉਹ ਵੀ ਦਰਸ਼ਕਾਂ ਨੂੰ ਨਾਲ ਦੱਸ ਦਿਓ ਜੀ। ਅਗਲਾ ਪ੍ਰੋਗਰਾਮ ਇਹ ਹੈ ਜੀ ਸੰਘਰਸ਼ ਜਾਰੀ ਰਹੂਗਾ ਜੀ। ਅਸੀਂ ਹੋਰ ਹਾਈਵੇ ਜਾਮ ਕਰਾਂਗੇ ਜਿਹੜੇ ਰਹਿੰਦੇ ਆ ਦਿੱਲੀ ਦੇ, ਤੇ ਦੂਸਰੀ ਆ ਰੇਲਾਂ ਰੂਲਾਂ ਵੀ ਬੰਦ ਕਰਾਂਗੇ। ਟੋਲ ਪਲਾਜ਼ੇ ਜਿਹੜੇ ਆ ਰਹਿੰਦੇ ਸਟੇਟਾਂ ਜਿਹੜੀਆਂ 'ਚ ਉਹ ਫ੍ਰੀ ਕਰਵਾਉਣੇ ਆ ਕਿ
ਸੰਗਤ ਨੂੰ ਪੈਸਾ ਨਾ ਲੱਗੇ, ਫ੍ਰੀ ਹੋ ਜਾਣਗੇ। ਜਿਸਲੇ ਵੀ ਇੰਨੀ ਇਹਦਾ ਮਤਲਬ ਕਿ ਹਾਲਾਤ ਖਰਾਬ ਹੋ ਜਾਣਗੇ ਸਰਕਾਰ ਦੇ, ਤੇ ਫਿਰ ਸਰਕਾਰ ਨੂੰ ਮੰਨਣਾ ਹੀ ਪੈਣਾ ਜੀ। ਔਰ ਤੁਸੀਂ ਇਹ ਵੀ ਦੇਖਦੇ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ, ਬਜ਼ੁਰਗ, ਬੱਚੇ, ਬੀਬੀਆਂ ਸਾਰੇ ਪਹੁੰਚੇ ਹੋਏ ਆ। ਔਰ ਬਾਰ-ਬਾਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ, ਕਦੇ ਕਿਹਾ ਜਾਂਦਾ ਇਹ ਖਾਲਿਸਤਾਨੀ ਏਜੰਡੇ ਥੱਲੇ ਕੰਮ ਕਰਦੇ ਆ। ਹੁਣ ਅੱਜ ਨਵਾਂ ਇੱਕ ਕੈਬਨਿਟ ਮੰਤਰੀ ਦਾ ਸੈਂਟਰ ਦੇ ਦਾ ਬਿਆਨ ਆ ਗਿਆ ਵੀ ਇਹਦੇ ਪਿੱਛੇ ਪਾਕਿਸਤਾਨ ਤੇ ਚਾਈਨਾ ਦਾ ਹੱਥ ਆ, ਵੀ ਜਿਹੜਾ ਇਹ ਮੋਰਚਾ ਲੱਗ ਰਿਹਾ ਕਿਸਾਨ ਨਹੀਂ ਹੈਗੇ। ਨਹੀਂ, ਇਹ ਚਾਈਨਾ ਚੋਂ ਆਏ ਆ ਜੀ, ਉਹ ਤਾਂ ਉਹਨਾਂ ਦੀ ਗਲਤ ਫੈਮਿਲੀ ਆ। ਕਿਸਾਨ ਤਾਂ ਸਾਰੇ ਕਿਸਾਨ ਆ, ਇਨਸਾਨ ਆ, ਔਰ ਗਰੀਬ ਵਰਗ ਵੀ ਇਹਦੇ ਵਿੱਚ ਆ। ਇਹ ਤਾਂ ਐਵੇਂ ਉਹਨਾਂ ਦੇ ਪਖੰਡੇਬਾਜ਼ੀ ਆ। ਜੇ ਉਹਨਾਂ ਦੇ ਕਹਿਣ ਨਾਲ ਅਸੀਂ ਚੈਨੀ ਹੋ ਸਕਦੇ ਆ ਤਾਂ ਫਿਰ ਵੀ ਗੱਲ ਅਲੱਗ ਆ ਜੀ। ਅਸੀਂ ਤਾਂ ਕਿਸਾਨ ਉਹਨਾਂ ਨੂੰ ਚਿਹਰੇ ਦੀਦੇ ਆ ਕਿ ਨਹੀਂ ਦੀਦੇ ਜੀ। ਇਸ ਕਰਕੇ ਉਹ ਸਿਰਫ ਸੱਤਾ ਦੇ ਨਸ਼ੇ ਦੇ ਵਿੱਚ ਜੋ ਮੂੰਹ ਆਉਂਦਾ ਉਹ ਬੋਲੀ ਜਾਂਦੇ ਆ। ਸਾਨੂੰ ਤਾਂ ਇੱਥੇ ਤੱਕ ਵੀ ਕਿਹਾ ਗਿਆ ਤੁਸੀਂ ਜਿਹੜੇ ਬੱਚੇ ਛੋਟੇ ਛੋਟੇ ਉਹ ਭੇਜ ਦਿਓ ਘਰਾਂ ਨੂੰ, ਜਿਹੜੇ ਬਜ਼ੁਰਗ ਆ ਉਹ ਭੇਜ ਦਿਓ। ਇਹਦਾ ਕੀ ਮਤਲਬ? ਕੁਛ ਸਰਕਾਰ ਦੀ ਨੀਤੀ ਜਿਹੜੀ ਸਾਫ਼ ਨਹੀਂ ਸੀਗੀ, ਉਹਨਾਂ ਦਾ ਲਾਠੀ ਚਾਰਜ ਕਰਨ ਦਾ ਇਰਾਦਾ ਜਾਂ ਉਹਨਾਂ ਦਾ ਕੀ ਕਰਨ ਦਾ ਇਰਾਦਾ ਸੀਗਾ। ਉਹ ਨਹੀਂ ਸਾਨੂੰ ਇੱਥੇ ਤੱਕ ਵੀ ਕਿਹਾ ਕਿ ਜਿਹੜੇ ਤੁਸੀਂ ਜਵਾਨ ਜਿਹੜੇ ਬੱਚੇ ਆ ਛੋਟੇ ਛੋਟੇ ਉਹ ਭੇਜ ਦਿਓ ਘਰਾਂ ਨੂੰ, ਤੇ ਜਿਹੜੇ ਬਜ਼ੁਰਗ ਆ ਉਹ ਵੀ ਘਰਾਂ ਨੂੰ ਭੇਜ ਦਿਓ। ਕਿਉਂਕਿ ਇਹ ਜਿਹੜਾ ਸੰਘਰਸ਼ ਆ, ਮੈਂ ਤਾਂ ਕਹਿੰਦਾ ਕਿ 2-2.5 ਸਾਲ ਦੇ ਬੱਚੇ ਤੋਂ ਲੱਗ ਕੇ, ਕਿਉਂਕਿ ਛੋਟੇ ਛੋਟੇ ਬੱਚਿਆਂ ਦਾ ਫੋਨ ਆਉਂਦਾ ਕਿ ਪਾਪਾ ਹਜੇ ਮੋਦੀ ਦੀ ਸੰਗੀ ਦੱਬੀ ਕਿ ਨਹੀਂ ਦੱਬੀ। ਤੇ ਇੰਨਾ ਕੁਦਰਤ ਵੱਲੋਂ ਜੋਸ਼ ਆ। 2-2.5 ਸਾਲ ਦੇ ਬੱਚੇ ਤੋਂ ਲੱਗ ਕੇ 95 ਸਾਲ ਦੇ ਬਜ਼ੁਰਗ ਤੱਕ ਇਹਦੇ ਵਿੱਚ ਯੋਗਦਾਨ ਆ। 3 ਪੀੜ੍ਹੀਆਂ ਆ ਜਾਂਦੀਆਂ ਇਹਦੇ ਵਿੱਚ। ਤੇ ਹੁਣ ਇੱਥੇ ਦਾ ਜਿਹੜਾ ਮਾਹੌਲ ਆ, ਕਈ ਵਾਰੀ ਚੈਨਲਾਂ ਵੱਲੋਂ ਇਹ ਦਰਸਾਇਆ ਜਾਂਦਾ ਜੀ, ਜਿਹੜੇ ਪੰਜਾਬ 'ਚ ਬੈਠੀਆਂ ਸੰਗਤਾਂ ਆ ਬਈ ਉੱਥੇ ਆਰਮੀ ਲੱਗ ਗਈ ਜੀ, ਉੱਥੇ ਫੌਜ ਲੱਗ ਗਈ ਜੀ, ਉੱਥੇ ਜਿਹੜਾ ਆ ਗੜਬੜ ਦਾ ਖਤਰਾ। ਇਹ ਸੰਗਤਾਂ ਨੂੰ ਦੱਸੋ ਇੱਥੇ ਦਾ ਮਾਹੌਲ ਕਿੱਦਾਂ ਦਾ ਜੀ? ਬਿਲਕੁਲ ਜੀ, ਜਦੋਂ ਸਾਨੂੰ ਇਹਨੀ ਨਾ ਕਰਨੀ ਹੁੰਦੀ ਆ ਉਸ ਟਾਈਮ ਇਹ 2000 ਬੰਦਾ ਆਰਮੀ ਦਾ ਭੇਜ ਦਿੰਦੇ ਆ। ਐਵੇਂ ਡਰਾਉਣ ਨੂੰ ਕਦੇ ਐਨ ਨਗਾਉਂਦੇ, ਕਦੇ ਉਹਨੂੰ ਨਗਾਉਂਦੇ ਆ, ਤੇ ਉਸ ਤੋਂ ਬਾਅਦ ਥੋੜੀ ਪਿੱਛੇ ਹਟਾ ਲੈਂਦੇ ਆ। ਫਿਰ ਜਦੋਂ ਕੋਈ ਗੜਬੜ ਕਰਨੀ ਹੁੰਦੀ ਆ ਫਿਰ 1000-2000 ਬੰਦਾ ਆਣ ਕੇ ਮਤਲਬ ਮਿਲਟਰੀ ਦਾ ਲੱਗ ਜਾਂਦਾ। ਉਹ ਹੀ ਗੇਮਾਂ ਕਰਦੇ ਆ। ਠੀਕ ਹੈ ਜੀ। ਹੁਣ ਇੱਥੇ ਆਪ ਜੀ ਦੇ ਨਾਲ ਕਿਹੜੇ ਨਗਰਾਂ ਤੋਂ ਜਿਹੜੀ ਸੰਗਤ ਹੈ ਉਦਣ ਤੋਂ ਡਟੀ ਹੋਈ ਹੈ ਜੀ? ਦੇਖੋ ਜੀ, ਜਿੰਨੀ ਦੁਆਬੇ ਦੇ ਵਿੱਚੋਂ ਸੰਗਤ ਆਈ ਆ ਸਾਰੀ ਕੁਛ ਹੁਣ ਸਟੇਜ ਤੇ ਪਹੁੰਚੀ ਆ। ਕੁਛ ਆਪਣੇ ਨਾਲ ਆ, ਤੇ ਇੱਧਰ ਮੁੰਡੇ ਸੇਵਾ ਕਰਦੇ ਇੱਧਰ ਵੀ ਰਹਿੰਦੇ ਆ, ਤਾਂ ਕੁਛ ਉੱਧਰ ਵੀ ਜਾਂਦੇ ਆ। ਹੁਣ ਮੱਛਰ ਮਾਰਨ ਵਾਲੀ ਮਸ਼ੀਨ ਪੇਟਾ ਕੀਤੀ ਆ, ਜਲੰਧਰ ਤੋਂ ਆਈ ਆ ਸੰਗਤਾਂ ਨੇ, ਤੇ ਉਹ ਅੱਜ ਇਹਨੇ ਇਹ ਵੀ ਸੇਵਾ ਕਰਨੀ ਆ। ਇਹਦੇ ਵਿੱਚ ਕਾਫੀ ਜ਼ਿਆਦਾ ਡੀਜ਼ਲ ਤੇ ਦਵਾਈ ਲੱਗਦੀ ਆ। 1 ਮਿੰਟ ਦੇ ਵਿੱਚ 1 ਲੀਟਰ ਡੀਜ਼ਲ ਇਹ ਫੂਕਦੀ ਆ, ਤੇ ਪੈਟਰੋਲ ਵੱਖਰਾ। ਤੇ ਜਿੱਦਾਂ ਕਿਹਾ ਜਾਂਦਾ ਸੀਗਾ ਜੀ ਕਿਸਾਨਾਂ ਦੇ ਅੰਦੋਲਨ ਤੋਂ ਪਹਿਲਾਂ ਵੀ ਇੱਥੇ ਕਰੋਨਾ ਬਹੁਤ ਵੱਧ ਗਿਆ, ਉਹਨੂੰ ਕਿਸ ਨਜ਼ਰ ਨਾਲ ਦੇਖਦੇ ਤੁਸੀਂ? ਦੇਖੋ ਜੀ, ਸਾਨੂੰ ਤਾਂ ਅੱਜ ਤੱਕ ਪਤਾ ਨਹੀਂ ਲੱਗਾ ਕਰੋਨਾ ਹੈਗਾ ਕਿੱਥੇ ਆ। ਪਹਿਲਾਂ ਤਾਂ ਅਸੀਂ ਪੰਜਾਬ 'ਚੋਂ ਭਜਾਇਆ ਕਰੋਨਾ, ਕਿਉਂਕਿ ਜਦੋਂ ਕਰੋਨਾ ਸੀਗਾ ਕਿਸਾਨ ਉਦੋਂ ਵੀ ਖੇਤਾਂ 'ਚ ਰਿਹਾ। ਤੇ ਅੱਜ ਦਿੱਲੀ ਦੇ ਵਿੱਚ ਕਹਿੰਦੇ ਕਰੋਨਾ ਆ। ਕਿਸਾਨ ਜਿੰਨੇ ਵੀ ਪੰਜਾਬ ਦੇ ਆ, ਹਰਿਆਣੇ ਦੇ ਆ, ਸਾਰੇ ਵੱਖ-ਵੱਖ ਸਟੇਟਾਂ 'ਚੋਂ, ਉਹ ਸਾਰੇ ਦਿੱਲੀ ਆਏ ਵੀ ਦੱਸੋ ਕਰੋਨਾ ਹੈਗਾ ਕਿੱਥੇ। ਅਸੀਂ ਤਾਂ ਦਿੱਲੀ 'ਚ ਵੀ ਕਰੋਨਾ ਭਜਾਉਣ ਆਏ ਆ। ਇੱਥੇ ਮੱਛਰ ਬੜਾ ਸੀ, ਅਸੀਂ ਉਹ ਵੀ ਭਜਾਤਾ, ਤਾਂ ਮੇਰਾ ਖਿਆਲ ਹੈ ਕਰੋਨਾ ਵੀ ਇੱਥੋਂ ਭੱਜ ਜਾਣਾ। ਠੀਕ ਹੈ। ਤੇ ਹੁਣ ਸੈਂਟਰ ਸਰਕਾਰ ਦੀ ਅਗਲੀ ਨੀਤੀ ਕੀ ਲੱਗਦੀ ਹੈ ਜੀ ਤੁਹਾਨੂੰ? ਦੇਖੋ, ਸੈਂਟਰ ਸਰਕਾਰ ਦੀ ਤਾਂ ਸਪਸ਼ਟ ਨੀਤੀ ਆ ਕਿ ਨਹੀਂ, ਅਸੀਂ ਬਿੱਲ ਜਿਹੜੇ ਰੱਦ ਨਹੀਂ ਕਰਨੇ, ਸੋਧ ਕਰ ਸਕਦੇ ਆ। ਪਰ ਸਾਡਾ ਸੋਧ ਨਾਲ ਸਰਦਾ ਨਹੀਂ। ਇਹਨਾਂ ਨੇ ਵਿੱਚ ਬਹੁਤ ਬਲ ਰੱਖੇ ਆ। ਜੇ ਸੋਧ ਕੀਤੀ ਤਾਂ ਸਾਡੇ ਲਈ ਕੋਈ ਭਲਾ ਨਹੀਂ ਹੈਗਾ। ਅਸੀਂ ਤਾਂ ਬਿੱਲ ਰੱਦ ਕਰਾ ਕੇ ਜਾਣਾ, ਔਰ ਬਿੱਲ ਰੱਦ ਹੋਣੇ ਚਾਹੀਦੇ। ਇਹ ਤੁਸੀਂ ਇੱਥੇ ਜਿੱਦਣ ਦੇ ਡਟੇ ਹੋ, ਬਸ ਆਪਾਂ ਥੋੜੇ ਮਿੰਟਾਂ ਵਿੱਚ ਸਮਾਪਤੀ ਕਰਦੇ ਹਾਂ। ਉਦਣ ਦਾ ਤੁਸੀਂ ਇੱਥੇ ਆਪਾਂ ਦੇਖਿਆ ਮਲੇਰਕੋਟਲੇ ਦੇ ਮੁਸਲਮਾਨ ਭਰਾਵਾਂ ਵੱਲੋਂ ਵੀ ਲੰਗਰ ਲੱਗਾ ਹੋਇਆ ਹੈ। ਇੱਥੇ ਏਕਤਾ ਕਿੰਨੀ ਕੁ ਦੇਖਣ ਨੂੰ ਮਿਲੀ ਹੈ ਜੀ ਸਾਰੇ? ਦੇਖੋ ਜੀ, ਕੋਈ ਇੱਥੇ ਜਾਤ ਪਾਤ ਦਾ ਨਹੀਂ ਹੈਗਾ ਜੀ। ਜਿਸ ਟਾਈਮ ਅਸੀਂ ਪਹਿਲਾਂ ਹਰਿਆਣੇ 'ਚ ਪੈਰ ਹੀ ਰੱਖਿਆ ਨਾ, ਸਾਨੂੰ ਪੰਡਤ ਭਾਈਚਾਰੇ ਨੇ ਸਾਨੂੰ ਨਵਾਜਿਆ। ਰਾਜੇਵਾਲ ਜੀ ਨੂੰ ਉਹਨੂੰ ਪਗੜੀ ਦਿੱਤੀ ਕਿ ਅਸੀਂ ਤੁਹਾਨੂੰ ਸਮਰਥਨ ਕਰਦੇ ਆ, ਕਿ ਅਸੀਂ ਤੁਹਾਡੇ ਨਾਲ ਆ। ਇਸ ਸਮਰਥਨ ਦੇ ਨਾਲ ਖੜੇ ਆ, ਸਪੋਰਟ ਕਰ ਰਹੇ ਆ ਕਿਸਾਨ ਜਥੇਬੰਦੀਆਂ ਨੂੰ। ਔਰ ਲੰਗਰਾਂ ਦੀ ਸੇਵਾ ਦਿੱਲੀ ਦੀਆਂ ਸੰਗਤਾਂ ਵੀ, ਆਪਣੇ ਹਰਿਆਣੇ ਦੀਆਂ ਸੰਗਤਾਂ, ਹੋਰ ਆਸੇ ਪਾਸਿਓਂ ਬਗਿਆਨਤ ਸੰਗਤਾਂ ਸੇਵਾ ਕਰ ਰਹੀਆਂ ਜੀ। ਇਹ ਇੱਕ ਪੋਸਟਰ ਆਪਣੇ ਬਜ਼ੁਰਗਾਂ ਕੋਲ ਫੜੇ ਹੋਇਆ, ਇਸ ਬਾਰੇ ਦਾ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਕਿਸਾਨਾਂ ਤੇ ਰਾਜਨੀਤਿਕ ਕੈਦੀਆਂ ਦੇ ਕੁਚਲੇ ਜਾ ਰਹੇ ਹੱਕਾਂ ਨੂੰ ਸਮਰਪਿਤ। ਇਹ ਉਦਣ ਜਿੱਦਣ ਬਜ਼ੁਰਗਾਂ ਤੇ ਲਾਠੀ ਚਾਰਜ ਵੀ ਹੋਇਆ, ਪਾਣੀ ਦੀਆਂ ਬੁਛਾੜਾਂ ਵੀ ਸਿੱਟੀਆਂ, ਗੈਸ ਗੋਲੇ ਵੀ ਸਿੱਟੇ ਗਏ, ਪਰ ਉਸ ਤੋਂ ਬਾਅਦ ਫਿਰ ਵੀ ਅਸੀਂ ਤੁਸੀਂ ਸਾਰਿਆਂ ਨੇ ਰਲ ਕੇ ਇਹਨਾਂ ਨੂੰ ਅੱਜ ਤੱਕ ਵੀ ਇਹ ਲੰਗਰ ਛਕ ਰਹੇ ਨੇ। ਉਹ ਕਿਸ ਪੱਖ ਨਾਲ ਦੇਖਦੇ ਤੁਸੀਂ? ਦੇਖੋ ਜੀ, ਜਿਸ ਟਾਈਮ ਇਹ ਚੱਲੇ ਸੀਗੇ ਸੰਗਤ ਥੋੜੀ ਘੱਟ ਸੀਗੀ, ਮਤਲਬ ਕਿ ਫੇਰ ਵੀ ਲੱਖਾਂ ਦੀ ਗਿਣਤੀ ਤਾਂ ਫੇਰ ਵੀ ਸੀਗੀ। ਤੇ ਅੱਜ ਤਾਂ ਅਸੀਂ ਬਿਲਕੁਲ ਬਹੁਤ ਜ਼ਿਆਦਾ ਸੰਗਤ ਵਧੀ। ਇਸੇ ਕਰਕੇ ਸੰਗਤ ਵਧੀ ਆ ਕਿ ਜੋ ਨਹੀਂ ਸਾਡੇ ਨੇ ਲਾਠੀ ਚਾਰਜ ਕੀਤਾ ਆ, ਇਸੇ ਦੇ ਵਿਰੋਧ ਦੇ ਵਿੱਚ ਹੀ ਸੰਗਤ ਜਿਹੜੀ ਆ ਦਿਨੋਂ ਦਿਨ ਵੱਧਦੀ ਜਾ ਰਹੀ ਆ। ਇਹ ਘਟਣੀ ਨਹੀਂ ਗੀ। ਅਸੀਂ 4 ਮਹੀਨੇ ਦਾ ਲੰਗਰ ਤਾਂ ਅਸੀਂ ਕਹਿੰਦੇ ਸੀ ਨਾ ਲੈ ਕੇ ਆਏ ਆ। ਮੈਨੂੰ ਤਾਂ ਲੱਗਦਾ ਸਾਲ ਭਰ ਨਹੀਂ ਮੁੱਕਣਾ। ਜੇ ਉਹ ਫੈਸਲਾ ਉਹਨਾਂ ਛੇਤੀ ਕਰਦੇ ਤਾਂ ਵਧੀਆ ਗੱਲ ਆ। ਸਾਡੇ ਲੰਗਰ ਨਹੀਂ ਮੁੱਕਣ ਵਾਲੇ। ਲੰਗਰ ਅਸੀਂ ਇੱਥੇ ਨੂੰ ਸੰਗਤਾਂ ਨੂੰ ਵੀ ਛਕਾਵਾਂਗੇ, ਆਪ ਵੀ ਛਕਾਂਗੇ, ਤੇ ਜੇ ਮੋਦੀ ਆ ਗਿਆ ਉਹਨੂੰ ਵੀ ਖਿਲਾਵਾਂਗੇ। ਸਾਡੇ ਕਿਸਾਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਇੱਥੇ ਹੀ ਮਨਾਇਆ। ਹੁਣ ਸ਼ਹੀਦੀ ਦਿਹਾੜਿਆਂ ਦੇ ਦਿਨ ਸ਼ੁਰੂ ਹੋ ਰਹੇ ਆ ਜੀ, ਤੇ ਉਹ ਵੀ ਫਿਰ ਇਸ ਹਿਸਾਬ ਨਾਲ ਇੱਥੇ ਹੀ ਮੰਨਣਗੇ ਜੀ। ਬਿਲਕੁਲ ਜੀ, ਜਿੱਦਾਂ ਸ਼ਹੀਦੀ ਪਰਵਾਜ ਰਹੇ ਆ, ਜੀਤੀ ਦਿਹਾੜੇ ਆ ਰਹੇ ਆ, ਤੇ ਉਹ ਅਸੀਂ ਹੁਣ ਸੜਕਾਂ ਤੇ ਮਨਾਵਾਂਗੇ। ਸਾਡੇ ਤੱਕ ਘਰਾਂ ਜਾਣ ਦਾ ਮਤਲਬ ਵੀ ਕੋਈ ਨਹੀਂ, ਤੇ ਸਾਡੇ ਤਾਂ ਇੱਥੇ ਹੀ ਸਭ ਕੁਝ ਆ।
ਜਿੰਨਾ ਚਿਰ ਸਾਡਾ ਫੈਸਲਾ ਨਹੀਂ ਹੁੰਦਾ ਸਾਡੇ ਘਰ ਵੀ ਇਹੀ ਆ ਤੇ ਸਾਡੇ ਬਾਹਰ ਵੀ ਇਹੀ ਆ ਦੇਖ ਲਓ ਟਰਾਲੀਆਂ ਦੇ ਵਿੱਚ ਅਸੀਂ ਕਮਰੇ ਬਣਾਏ ਆ ਜੀ ਜੀ ਇਹੀ ਸਾਡੇ ਰਾਤ ਦਿਨ ਰਹਿਣ ਦੇ ਕਮਰੇ ਆ ਤੇ ਇੱਥੇ ਹੀ ਰਹੀਦਾ ਜੀ ਸਾਡੇ ਬੈਡਰੂਮ ਇਹੋ ਹੀ ਆ ਜੀ 7 ਵਜੇ ਸਾਡੇ ਬੈਡਰੂਮ ਇਹੋ ਹੀ ਆ ਠੀਕ ਪਰਸੋਂ ਦੇ ਹਾਈ ਕੋਰਟ ਦੇ ਵਕੀਲ ਨੇ ਕਹਿਤਾ ਵੀ ਇੱਕ ਵੀ ਪੁਆਇੰਟ ਜ਼ਮੀਨਾਂ ਦੇ ਹੱਕ 'ਚ ਹੈ ਨਹੀਂ ਇਹਨਾਂ ਕਿਨਾਰੇ ਕਾਨੂੰਨਾਂ ਦੇ ਵਿੱਚ ਇੱਕ ਵੀ ਪੁਆਇੰਟ ਹਾਈ ਕੋਰਟ ਦੇ ਵਕੀਲ ਨੇ ਕਿਹਾ ਟੌਪ ਦਾ ਵਕੀਲ ਦਾ ਪ੍ਰਧਾਨ ਆ ਉਹਨੇ ਕਿਹਾ ਵੀ ਇੱਕ ਵੀ ਪੁਆਇੰਟ ਜ਼ਮੀਨਾਂ ਦੇ ਹੱਕ ਵਿੱਚ ਹੈ ਨਹੀਂ ਜੀ ਸਾਡਾ ਧਰਮ ਤੁਸੀਂ ਵੀ ਵਿੱਚੋਂ ਹੀ ਹੋ ਜੀ। ਕਦੇ ਨਹੀਂ ਕਿਸੇ ਦਾ ਬੁਰਾ ਤੱਕਦਾ ਬਿਲਕੁਲ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦਰਬਾਰ ਹੁੰਦਾ ਇਹ ਕੌਮ ਉਹ ਹੈ ਜਿਹੜੀ ਕੌਮ ਅਹਿਮਦ ਸਾਹਿਬ ਅਦਾਲੀ ਵੇਲੇ ਨਹੀਂ ਹਰੀ ਇਹ ਕੌਮ ਉਹ ਹੈ ਜਿਹੜੀ ਕਦੀ ਰੰਗੇ ਤੋਂ ਨਹੀਂ ਹਰੀ ਜੀ। ਉਹ ਜੰਗਲੇ 'ਚ ਰਹਿੰਦੇ ਸੀ ਹੁਣ ਤੇ ਬਦਾਮ ਮਿਲਦੇ ਆ ਜੀ ਹੁਣ ਤਾਂ ਹਰ ਚੀਜ਼ ਮਿਲਦੀ ਆ ਅਸੀਂ ਕਿਉਂ ਪਿੱਛੇ ਮੁੜਾਂਗੇ ਇਹ ਤੋਂ ਕੋਈ ਨਾ ਕੋਈ ਲੈ ਕੇ ਜਾਵਾਂਗੇ ਮਰਾਂਗੇ ਜਾਂ ਮਾਰਾਂਗੇ ਬਸ ਅਸੀਂ ਮੁੜਨ ਵਾਲੇ ਪਿੱਛੇ ਹੈ ਨਹੀਂ ਮੈਂ ਟਾਂਡੇ ਚੱਲ ਕੇ ਆਇਆ ਇਹ ਭਾਈ ਸਾਹਿਬ ਟਾਂਡੇ ਚੱਲ ਕੇ ਆਏ ਨੇ ਮੇਰੇ ਛੋਟੇ ਭਾਈ ਨੇ ਠੀਕ ਹੈ ਜੀ ਔਰ ਇੱਥੋਂ ਅਸੀਂ ਜਾਣ ਵਾਲੇ ਹੈ ਨਹੀਂ ਜੀ ਇਹ ਮੋਦੀ ਮਤ ਸੋਚੇ ਕਿ ਇਹ ਕੌਮ ਪਿੱਛੇ ਮੁੜ ਜਾਊਗੀ ਇਹ ਸਿਰ ਮੋਰ ਕੌਮ ਆ ਇਹ ਕਿਸੇ ਦਾ ਭੁਰਾ ਨਹੀਂ ਤੱਕਦੀ ਇੱਕ ਪਿਤਾ ਇੱਕ ਤੇ ਹਮ 12 ਅਗਰ ਨਾ ਮੰਨੇ ਤੇ ਮੇਰੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਫਾਰਸੀ ਦੇ ਆਲਮ ਸਨ ਚੂੰਕਾਰ ਅਜ ਹਮਾ ਹੀਲ ਤੇ ਦਰ ਖੁਲਸ ਹਲਾਲ ਸਬੁਰਦਨ ਬਾ ਸ਼ਮਸ਼ੀਰ ਦੱਸ ਜੇ ਸਾਰੇ ਦੇ ਸਾਰੇ ਹੀਲੇ ਖਤਮ ਹੋ ਜਾਣ ਪਾਣੀ ਸਿਰ ਤੋਂ ਲੰਘ ਜਾਵੇ ਤੁਹਾਡੇ ਘਰ ਆਣ ਕੇ ਲਲਕਾਰੇ ਮਾਰਦਾ ਤੁਹਾਡੀ ਮਾਂ ਨੂੰ ਕੋਈ ਪੈ ਗਿਆ ਤੇ ਫਿਰ ਤੂੰ ਚੂੜੀਆਂ ਨਾ ਪਹਿਨੀ ਫਿਰ ਤੂੰ ਮਾਰਾ ਨਾ ਪੜੀ ਛੈਣੇ ਨਾ ਵਜਾਈ ਮੇਰੇ ਹਲਾਲ ਅਸਰ ਗੱਲ ਇਹ ਹੈ ਬੁਰਦਨ ਮੈਨੇ ਆ ਗਿਆ ਤੈਨੂੰ ਆ ਗਿਆ ਹੈ ਮਿੱਤਰ ਫੜ ਕੇ ਕਿਰਪਾਨ ਮੈਦਾਨ ਵਿੱਚ ਨਿੱਤਰ ਜਾਂ ਮਰ ਜਾ ਜਾਂ ਮਾਰ ਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਸਾਡੀ ਮਾਂ ਨੂੰ ਹੱਥ ਪਾਇਆ ਮਾਂ ਦੇ ਪੇਟੋਂ ਅੰਨ ਪੈਦਾ ਹੁੰਦਾ ਅੰਨ ਸਾਡਾ ਪੁੱਤਰ ਹੈ ਤੇ ਇਹ ਆਪਾਂ ਇਹਨੂੰ ਛੱਡ ਕੇ ਨਹੀਂ ਜਾਵਾਂਗੇ ਇਸ ਵੇਲੇ ਮੇਰੀ ਉਮਰ 72 ਪਲੱਸ ਹੈ 20 ਜੂਨ 49 94 ਮੇਰਾ 49 ਦਾ ਜਨਮ ਹੈ 20 ਜੂਨ 1949 ਜਨਮ ਮੇਰਾ ਤੇ 72 ਪਲੱਸ ਉਮਰ ਹੈ ਆਪਾਂ ਜਾਂ ਮਰਾਂਗੇ ਜਾਂ ਮਾਰਾਂਗੇ ਆਪਾਂ ਪਿੱਛੇ ਮੁੜਾਂਗੇ ਨਹੀਂ ਇਹ ਭਾਈਚਾਰਾ ਮੈਨੂੰ ਪਤਾ ਕਿੱਥੋਂ ਆਇਆ ਪਰ ਮੇਰਾ ਛੋਟਾ ਜਿਹਾ ਵੱਡਾ ਭਰਾ ਹੈ ਉਹ ਸਾਨੂੰ ਕੋਈ ਪਤਾ ਨਹੀਂ ਹੈ ਇਹ ਪੰਡਿਤ ਨੇ ਕੌਣ ਨੇ ਪਰ ਐਸੇ ਲਈ ਨਾ ਕੋਈ ਮੁਸਲਮਾਨ ਹੈ ਮਾਨ ਕੀ ਜਾ ਸਭ ਇੱਕ ਕੇ ਪਹਿਚਾਨ ਉਹ ਇਹਦੇ ਸਭ ਜੀ ਇੱਕ ਵਾਂ ਜਦੋਂ ਅਸੀਂ 26 ਤਰੀਕ ਨੂੰ ਐਂਟਰੀ ਦਿੱਤੀ ਹਰਿਆਣੇ ਵਿੱਚ ਮੈਂ ਉਹਨਾਂ ਦੇ ਨਹੀਂ ਸਕਦਾ ਕੀ ਲੰਗਰ ਕੀ ਸੇ ਕੀ ਕੇਲੇ ਕੀ ਸਮੋਸੇ ਕੀ ਬ੍ਰੈਡ ਫਰੂਟ ਮਲਾਈ ਫੂਡ ਇੱਦਾਂ ਸਿਰ ਦੇ ਖਾਓ ਪੀਓ ਇੱਕ ਨਾਰਾ ਹਰਿਆਣੇ ਦੇ ਭਾਈਚਾਰੇ ਦੇ ਬੋਲੇ ਸੋ ਨਿਹਾਲ ਇੰਨਾ ਸਹਿਯੋਗ ਦਿੱਤਾ ਛੋਟੇ ਭਰਾ ਨੇ ਮੈਂ ਦੱਸ ਹੀ ਨਹੀਂ ਸਕਦਾ ਸਾਡਾ ਪਾਣੀ ਖੋਇਆ ਸਾਡੀ ਐਜੂਕੇਸ਼ਨ ਖੋਈ ਹੁਣ ਸਾਡੀ ਮਾਂ ਖੋਣ ਲੱਗਾ ਸਵਾਲ ਨਹੀਂ ਪੈਦਾ ਹੁੰਦਾ ਇਹ ਮਾਮਾ ਲੱਗਦਾ ਜ਼ਮੀਨਾਂ ਦਾ ਜ਼ਮੀਨਾਂ ਸਾਨੂੰ ਮਿਲੀਆਂ ਬੰਦਾ ਤੇ ਬਾਦੀ ਵਿਰਾਸਤ ਵਿੱਚੋਂ ਅਸੀਂ ਛੱਡਾਂਗੇ ਨਹੀਂ ਮਾਰਾਂਗੇ ਨਹੀਂ ਉਹ ਜੱਟ ਤੇ ਇੱਕ ਮਰਲੇ ਵਾਲੇ ਇੱਕ ਕਨਾਲ ਵਾਲੇ ਬੰਦਾ ਵੜ ਦਿੰਦਾ ਇਹ ਲੱਗਾ ਹਮਲਾ ਕਰਨ ਕਦੇ ਵੀ ਨਹੀਂ ਇੱਕ ਬੜਾ ਮਸ਼ਹੂਰ ਗਾਣਾ ਆ ਤੂੰ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਤੂੰ ਤੇਰੇ ਚ ਯਾਰ ਬੋਲਦਾ ਇਹ ਚ ਅਰਮਾਨੀ ਬੋਲਦੇ ਨੇ ਇਹ ਚ ਉਹ ਨਹੀਂ ਬੋਲਦਾ ਸੋ ਮੈਂ ਬਹੁਤ ਕਹਿੰਦਾ ਹੋਇਆ ਇਹ ਤੁਹਾਨੂੰ ਵਿਸ਼ਵਾਸ ਦਿਓ ਨਾ ਕਿ ਇਹਨਾਂ ਵਿੱਚੋਂ ਕੋਈ ਮੁੱਲਣ ਵਾਲਾ ਨਹੀਂ ਸਾਡੇ ਹਜੇ ਵੀ ਟਰੈਕਟਰਾਂ ਦੇ ਮੂੰਹ ਉੱਧਰ ਨੂੰ ਨੇ ਕਿਸੇ ਜ਼ਿਮੀਂਦਾਰ ਭਰਾ ਨੇ ਟਰੈਕਟਰ ਪਿੱਛੇ ਨਹੀਂ ਮੋੜਿਆ ਗੋਲੀ ਵੱਜੂ ਤੇ ਹਿੱਕ ਵੱਜੂਗੀ ਮੈਂ ਧਰਮਾਂ ਮੈਂ ਹਰਾਮ ਦਾ ਉਹਦੇ ਨਾਮ ਮੈਂ ਕਸਮ ਖਾ ਕੇ ਮੁੜਿਆ ਮੈਂ ਗੋਲੀ ਮਾਰ ਕੇ ਮਰੂੰਗਾ ਪਿੱਛੇ ਨਹੀਂ ਮੁੜੂੰਗਾ ਸੋ ਇਸੇ ਪਹਿਲਾਂ ਸਾਰੇ ਜੀ ਬੋਲੇ ਸੋ ਨਿਹਾਲ ਸੋ ਇਹਨਾਂ 72 ਸਾਲ ਦੇ ਬਜ਼ੁਰਗਾਂ ਦਾ ਜੋਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਜੇ ਇਹਨਾਂ 'ਚ ਇੰਨਾ ਜੋਸ਼ ਹੈ ਇਹਨਾਂ ਨਾਲ ਦੇਖ ਕੇ ਨੌਜਵਾਨਾਂ 'ਚ ਇਹ ਜੋਸ਼ ਭਰਦਾ ਆ ਸੋ ਹਜੇ ਵੀ ਜਿਵੇਂ ਬਜ਼ੁਰਗਾਂ ਨੇ ਕਿਹਾ ਇਹ ਗੱਲ ਸੱਚੀ ਆ ਵੀ ਟਰੈਕਟਰਾਂ ਦੇ ਮੂੰਹ ਹਜੇ ਵੀ ਦਿੱਲੀ ਵਾਲੇ ਪਾਸੇ ਨੂੰ ਹੀ ਹੈ ਹਜੇ ਲਹਿੰਦੇ ਪਾਸੇ ਨੂੰ ਨਹੀਂ ਹੋਏ ਚੜ੍ਹਦੇ ਪਾਸੇ ਨੂੰ ਹੀ ਰੱਖੇ ਹੋਏ ਆ ਸੋ ਇਸ ਕਰਕੇ ਮੋਦੀ ਸਰਕਾਰ ਨੂੰ ਸਾਰੀਆਂ ਸੈਂਟਰ ਦੀਆਂ ਸਰਕਾਰਾਂ ਨੂੰ ਬੇਨਤੀ ਆ ਕਿ ਜੋ ਇਹਨਾਂ ਦੀ ਪੁਕਾਰ ਹੈ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਹਰ ਇੱਕ ਵਰਗ ਦੀ ਉਹਨੂੰ ਪੂਰਾ ਕੀਤਾ ਜਾਵੇ ਤਾਂ ਜੋ ਇਹ ਕਾਲੇ ਕਾਨੂੰਨ ਵਾਪਸ ਲੈ ਕੇ ਜਿਹੜੇ ਖੁਸ਼ਹਾਲ ਕਿਸਾਨ ਆਪਣੀਆਂ ਜ਼ਮੀਨਾਂ ਤੇ ਅੱਗੇ ਵਾਂਗੂ ਕਿਰਤ ਕਰਨ